ਗੁਰ ਅਮਰਦਾਸ ਪਰਸੀਐ ਪਾਹਮ ਪਾਤਿਕ ਬਿਨਾਸਹਿ। ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸਹਿ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸੀਐ ਅਭਉ ਲਭਹਿ ਗਉ ਚੁਕਹਿ। ਇਕ ਬਿਨ ਦੁਗਨ ਜੋ ਤਉ ਮਿਲੈ ਸਾਸ ਮੰਤਰ ਮਾਨਵਹਿ ਲਹੈ। ਜਾਲ ਪਾਪ ਦਾਰਥ ਇਤੜੇ ਗੁਰ ਅਮਰਦਾਸ ਡਿਠ ਮਿਲਹਿ। ਕਨ ਹਰ ਬੂੰਦ ਬਸੁ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨਹ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੈ ਬਨ ਆਵੈ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੈ ਬਨ ਆਵੈ। ਜਨਮ ਮਰਨ ਦੋਹੂ ਮਹਿ ਨਾਹੀ ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਬਲਾਏ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਕੋ ਤੂੰ ਠਾਕੁਰ ਊਚ ਭਗਵਾਨਾ। ਪਰਮ ਸਤਿਕਾਰਯੋਗ ਛਤਰ ਚਬਰ ਤਖਤ ਦੇ ਮਾਲਿਕ ਰਹਿਮਤਾਂ ਦੇ ਮੁਜੱਸਮੇ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਕੱਦਸ ਗੋਦ ਵਿੱਚ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤ ਸੰਗੀ ਜਨੋ ਵਡਭਾਗੇ ਹਾਂ ਜੋ ਦੀਵਾਨਾਂ ਵਿੱਚ ਬੈਠ ਕੇ ਰੱਬੀ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸਾਂ। ਹੁਣ ਆਓ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਅੱਜ ਦਾ ਜੋ ਪਵਿੱਤਰ ਦਿਹਾੜਾ ਹੈ ਸੇਵਾ ਦੇ ਪੁੰਜ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ
ਪ੍ਰਕਾਸ਼ ਗੁਰਪੁਰਬ ਹੈ। ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਵਧਾਈਆਂ। ਸਤਿਗੁਰੂ ਜੀ ਦੇ ਜੀਵਨ ਸੰਬੰਧੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਆਪਾਂ ਕੁਝ ਵਿਚਾਰਾਂ ਕਰਨੀਆਂ ਹਨ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਗੁਰਦੇਵ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਰਥ ਦਾ ਰਸਤਾ ਤੈਅ ਕਰਨ ਵਾਸਤੇ ਜਾਂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਜ਼ਿੰਦਗੀ ਦੇ ਵਿੱਚ, ਜੀਵਨ ਸਫਰ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ, ਬਹੁਤ ਹੀ ਲਾਜ਼ਮੀ ਹੈ। ਕਿਉਂਕਿ ਗੁਰੂ ਤੋਂ ਬਿਨਾਂ ਕਦੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਪਰਮਾਰਥ ਦੇ ਰਸਤੇ ਤੇ ਚੱਲਣਾ ਹੈ, ਤਾਂ ਫਿਰ ਜੀਵਨ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਜੋ ਗੁਰੂ ਕੋ ਜੁਗਤ ਹੈ, ਗੁਰੂ ਕੋ ਤਰੀਕਾ ਹੈ, ਉਹ ਤਰੀਕਾ ਹੋਰ ਕਿਸੇ ਕੋਲ ਨਹੀਂ। ਉਹ ਤਰੀਕਾ ਕੇਵਲ ਤੇ ਕੇਵਲ ਗੁਰੂ ਦੇ ਕੋਲ ਹੀ ਹੈ। ਤੇ ਗੁਰੂ ਉਹ ਤਰੀਕਾ ਫਿਰ ਮਨੁੱਖ ਨੂੰ ਦੱਸਦਾ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਉਹਨੂੰ ਜੁਗਤ ਦੱਸਦਾ ਹੈ, ਤਰੀਕਾ ਦੱਸਦਾ ਹੈ। ਇਸ ਤਰੀਕੇ ਦੇ ਨਾਲ ਪਰਮਾਰਥ ਨੂੰ ਕਮਾਇਆ ਜਾ ਸਕਦਾ ਹੈ। ਇਸ ਤਰੀਕੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਉਹ ਢੰਗ ਤਰੀਕਾ ਦੱਸਦਾ ਹੈ। ਜਦੋਂ ਸਤਿਗੁਰੂ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇੱਕ ਵਚਨ ਕਿਹਾ ਹੈ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਪ੍ਰਾਪਤੀ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਹਰੇਕ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਜਿਹਨੂੰ ਗੁਰੂ ਦੀ ਪ੍ਰਾਪਤੀ ਹੋ ਜਾਵੇ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦਾ ਮਿਲਾਪ ਹੋਵੇਗਾ ਤੇ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਮਿਲਾਪ ਹੋਵੇਗਾ। ਹਾਲਾਂਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਵੀ ਬਚਨ ਕਹੇ ਹਨ, ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਆਸਾ ਦੀ ਵਾਰ ਵਿੱਚ, ਉੱਥੇ ਸਤਿਗੁਰੂ ਜੀ ਸਪਸ਼ਟ ਕਰਦੇ ਹਨ ਕਿ ਮਨੁੱਖ ਪਰਮਾਰਥ ਕਮਾਉਣ ਵਾਸਤੇ ਗੁਰੂ ਚਾਹੀਦਾ ਹੈ ਤੇ ਗੁਰੂ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ। ਸਤਿਗੁਰੂ ਜੀ ਦਾ ਬਚਨ ਹੈ, ਨਦਰ ਕਰਹਿ ਜੇ ਆਪਣੀ। ਜੇ ਪਰਮਾਤਮਾ ਨਦਰ ਕਰ ਦਵੇ, ਕਿਰਪਾ ਕਰ ਦਵੇ, ਬਖਸ਼ਿਸ਼ ਕਰ ਦਵੇ, ਤਾਂ ਨਦਰੀ ਸਤਿਗੁਰ ਪਾਇਆ। ਸਤਿਗੁਰੂ ਦਾ ਪ੍ਰੋਪਰ ਮਿਲਾਪ ਹੋ ਜਾਂਦਾ ਹੈ ਤੇ ਸਤਿਗੁਰੂ ਦੇ ਮਿਲਾਪ ਹੋਣ ਦੇ ਨਾਲ ਹੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਇੱਕ ਬਚਨ ਸਤਿਗੁਰੂ ਜੀ ਦਾ ਹੋਰ ਬਾਣੀ ਵਿੱਚ ਆਉਂਦਾ ਹੈ। ਉਹ ਬਚਨ ਤਕਰੀਬਨ ਆਪਾਂ ਸਾਰਿਆਂ ਨੂੰ ਕੰਠ ਹੀ ਹੈ। ਉਹ ਬਚਨ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਬਸੀਠ। ਹਰ ਨਾਮੋ ਮੰਤਰ ਦਿਰੜਾਏਂਦਾ ਕਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਮਿਲਿਆ, ਪਰ ਮਿਲਿਆ ਉਹਨਾਂ ਨੂੰ ਜਿਨ੍ਹਾਂ ਦੇ ਧੁਰ ਦੇ ਵਿੱਚ, ਜਿਨ੍ਹਾਂ ਦੇ ਕਰਮਾਂ ਦੇ ਵਿੱਚ ਗੁਰੂ ਦਾ ਮਿਲਾਪ ਲਿਖਿਆ ਹੋਇਆ ਸੀ। ਹਰੇਕ ਨੂੰ ਨਹੀਂ, ਜਿਨ੍ਹਾਂ ਧੁਰੇ ਮਿਲਾਇਆ ਸੰਜੋਗ, ਜਿਨ੍ਹਾਂ ਦੇ ਧੁਰ ਦੇ ਵਿੱਚ ਪਰ ਗੁਰੂ ਦਾ ਮਿਲਾਪ ਲਿਖਿਆ ਸੀ, ਉਹਨਾਂ ਨੂੰ ਗੁਰੂ ਮਿਲ ਗਿਆ, ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ। ਕਿਉਂਕਿ ਗੁਰੂ ਦੇ ਮਿਲਾਪ ਦੇ ਨਾਲ ਹੀ
परमात्मा ਦਾ ਮਿਲਾਪ ਹੈ। ਤੇ ਸਤਿਗੁਰੂ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਜਿੰਨੀ ਸਮਝ ਆਏ, ਕਿਉਂਕਿ ਗੁਰੂ ਦਾ ਹੋਣਾ ਹੀ ਲਾਜ਼ਮੀ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਇਸੇ ਕਰਕੇ ਬਚਨ ਕਹੇ ਹਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਤੇ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਪੜ੍ਹੀਦਾ ਹੈ, ਸਤਿਗੁਰੂ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦੇ ਕੇ ਦੱਸਿਆ ਕਿਉਂ ਗੁਰੂ ਨੂੰ ਧਾਰਨਾ ਜ਼ਰੂਰੀ ਹੈ, ਕਿਉਂ ਗੁਰੂ ਦਾ ਜ਼ਿੰਦਗੀ ਵਿੱਚ ਹੋਣਾ ਜ਼ਰੂਰੀ ਹੈ। ਕਿਉਂਕਿ ਗੁਰੂ ਦੇ ਕੋਲ ਜੋ ਜੁਗਤ, ਜੋ ਢੰਗ ਤਰੀਕਾ ਹੈ, ਉਹ ਹੋਰ ਕਿਸੇ ਕੋਲ ਨਹੀਂ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰੂ ਦਾ ਹੋਣਾ ਜ਼ਰੂਰੀ ਹੈ। ਜਿਨੇ ਗੁਰੂ ਨੂੰ ਧਾਰਨ ਕੀਤਾ, ਉਹ ਹੀ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਦਾ ਹੈ, ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ। ਤੇ ਭਾਈ ਗੁਰਦਾਸ ਨੇ ਕੁਝ ਕੁ ਉਦਾਹਰਨਾਂ ਦਿੱਤੀਆਂ ਹਨ ਸਮਝਾਉਣ ਵਾਸਤੇ ਕਿ ਗੁਰੂ ਦਾ ਹੋਣਾ ਕਿਉਂ ਜ਼ਰੂਰੀ ਹੈ ਜੀਵਨ ਵਿੱਚ। ਭਾਈ ਗੁਰਦਾਸ ਜੀ ਪਹਿਲਾ ਬਚਨ ਕਰਦੇ ਹਨ, ਤੀਰਥ ਮੱਜਨ ਕਰਨੇ ਕੋ ਹੈ ਇਹ ਗੁਨਾਓ, ਨਿਰਮਲ ਤਨ ਤਿਖਾ ਤਪ ਤਨ ਵਾਰੀਐ। ਭਾਈ ਗੁਰਦਾਸ ਜੀ ਕਹਿੰਦੇ ਤੀਰਥ ਦੇ ਇਸ਼ਨਾਨ ਕਰਨਾ ਕਿਉਂ ਜ਼ਰੂਰੀ ਹੈ, ਕਿਉਂਕਿ ਉੱਥੇ ਜਾਣ ਦਾ ਲਾਭ ਇਹ ਹੈ ਕਿ ਮਨੁੱਖ ਦਾ ਆਲਸ, ਮਨੁੱਖ ਦੇ ਤਨ ਦੀ ਮੈਲ ਇਹ ਦੂਰ ਹੋ ਜਾਂਦੀ ਹੈ। ਕਿਉਂਕਿ ਜਿਹੜਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇਗਾ, ਉਹਦੇ ਸਰੀਰ ਦੀ ਜਿਹੜੀ ਮੈਲ ਹੈ ਉਹ ਦੂਰ ਹੋਵੇਗੀ, ਸਰੀਰ ਦਾ ਆਲਸ ਜਿਹੜਾ ਉਹ ਦੂਰ ਹੋ ਜਾਏਗਾ। ਬਸ ਆਹ ਲਾਭ ਹੈ ਤੀਰਥਾਂ ਤੇ ਇਸ਼ਨਾਨ ਕਰਨ ਦਾ। ਤੀਰਥ ਮੱਜਨ ਕਰਨੇ ਕੋ ਹੈ ਇਹ ਗੁਨਾਓ, ਨਿਰਮਲ ਤਨ ਤਿਖਾ ਤਪ ਤਨ ਵਾਰੀਐ। ਭਾਈ ਗੁਰਦਾਸ ਜੀ ਦੂਸਰਾ ਬਚਨ ਕਰਦੇ ਹਨ, ਦਰਪਣ ਦੀਪ ਕਰ ਗਏ ਕੋ ਇਹ ਹੈ ਗੁਨਾਓ, ਪੇਖਤ ਚਿਹਨ ਮਗ ਸੁਰਤ ਸੰਭਾਰੀਐ। ਭਾਈ ਗੁਰਦਾਸ ਜੀ ਦੋ ਬਚਨ ਵਰਤੇ, ਦਰਪਣ ਤੇ ਦੀਪ। ਦਰਪਣ ਤੋਂ ਭਾਵ ਆਪਾਂ ਸਾਰੇ ਜਾਣਦੇ ਹਾਂ ਸੀਸਾ, ਤੇ ਦੀਪ ਤੋਂ ਭਾਵ ਕਿ ਚਾਨਣ, ਜਾਂ ਉਹ ਦੀਵੇ ਰੂਪ ਵਿੱਚ ਹੋਵੇ ਜਾਂ ਲਾਲਟਨ ਰੂਪ ਵਿੱਚ ਹੋਵੇ, ਤੇ ਜਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਟਾਰਚ ਹੋਵੇ, ਚਾਨਣ ਹੱਥ 'ਚ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਸੀਸਾ ਹੱਥ 'ਚ ਹੋਵੇਗਾ ਤੇ ਅਸੀਂ ਸੀਸੇ ਦੇ ਨਾਲ ਆਪਣੇ ਚਿਹਰੇ ਨੂੰ ਵੇਖ ਸਕਦੇ ਹਾਂ। ਤੇ ਜੇ ਹੱਥ ਵਿੱਚ ਦੀਪ ਫੜਿਆ ਹੋਵੇ, ਚਾਨਣ ਫੜਿਆ ਹੋਵੇ, ਤਾਂ ਹਨੇਰੇ ਦੇ ਵਿੱਚ ਉਸ ਚਾਨਣ ਦੀ ਮਦਦ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ, ਆਪਣੇ ਘਰ ਵਿੱਚ ਜਾ ਸਕਦੇ ਹਾਂ, ਜਾਂ ਜਿਹੜੇ ਬੰਨੇ ਅਸੀਂ ਜਾ ਰਹੇ ਹਾਂ ਉਹ ਕਾਰਜ ਆਪਾਂ ਕਰ ਸਕਦੇ ਹਾਂ। ਦਰਪਣ ਦੀਪ ਮੱਜਨ, ਦਰਪਣ ਦੀਪ ਕਰਕੇ ਕੋ ਇਹ ਹੈ ਗੁਨਾਓ, ਪੇਖਤ ਚਹਿਨ, ਸੀਸਾ ਹੱਥ 'ਚ ਹੋਵੇਗਾ, ਆਪਣਾ ਚਿਹਰਾ ਵੇਖ ਸਕਦੇ ਹਾਂ। ਪੇਖਤ ਚਿਹਨ ਮਗ ਸੁਰਤ ਸੰਭਾਰੀਐ, ਅਤੇ ਹੱਥ 'ਚ ਚਾਨਣ ਹੋਵੇਗਾ ਤੇ ਸੁਰਤ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਆਹ ਜਿਹੜਾ ਫਾਇਦਾ ਹੈ ਸੀਸੇ ਨੂੰ ਹੱਥ ਵਿੱਚ ਫੜਨ ਦਾ ਅਤੇ ਦੀਪ ਨੂੰ ਹੱਥ ਵਿੱਚ ਫੜਨ ਦਾ। ਭਾਈ ਗੁਰਦਾਸ ਜੀ ਕਹਿੰਦੇ ਠੀਕ ਇਸੇ ਤਰੀਕੇ ਨਾਲ, ਤੈਸੇ ਗੁਰ ਚਰਨ ਸ਼ਰਨ ਕੋ ਇਹ ਹੈ ਗੁਨਾਓ, ਗੁਰੂ ਉਪਦੇਸ਼ ਕਰ ਰਿਧੈ ਔਰ ਧਾਰੀਐ। ਗੁਰੂ ਧਾਰਨ ਕਰਨ ਦਾ ਆਹ ਲਾਭ ਹੈ ਕਿ ਗੁਰੂ ਦੀ ਸੰਗਤ ਕਰਨ ਦੇ ਨਾਲ, ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ, ਗੁਰੂ ਦੇ ਉਪਦੇਸ਼ ਨੂੰ ਅਸੀਂ ਹਿਰਦੇ ਵਿੱਚ ਵਸਾ ਸਕਦੇ ਹਾਂ ਤੇ ਹਿਰਦੇ ਵਿੱਚ ਵਸਾ ਕੇ ਆਪਣੇ ਜਨਮ ਨੂੰ ਸਫਲਾ ਕਰ ਸਕਦੇ ਹਾਂ। ਆਹ ਲਾਭ ਹੈ ਗੁਰੂ ਧਾਰਨ ਕਰਨ ਦਾ, ਆਹ ਫਾਇਦਾ ਹੈ ਗੁਰੂ ਦਾ ਜ਼ਿੰਦਗੀ ਵਿੱਚ ਹੋਣ ਦਾ। ਕਿਉਂਕਿ ਗੁਰੂ ਤੋਂ ਬਿਨਾਂ ਵਾ ਜਿਹੜਾ ਕੁਝ ਵੀ ਮਨੁੱਖ ਦਾ ਪਰਮਾਰਥ ਦਾ ਰਸਤਾ ਸੌਰ ਨਹੀਂ ਸਕੇਗਾ, ਪਰਮਾਰਥ ਦੇ ਰਸਤੇ ਦੇ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਕਿਉਂਕਿ ਅੱਜ ਉਹਨਾਂ ਦਾ ਗੁਰਪੁਰਬ ਹੈ, ਤੇ ਜਦੋਂ ਉਹਨਾਂ ਦਾ ਗੁਰੂ ਦੀ ਸ਼ਰਨ ਆਉਣ ਤੋਂ ਪਹਿਲਾਂ ਦਾ ਜੀਵਨ ਪੜ੍ਹਦੇ ਹਾਂ, ਉਹ ਜੀਵਨ ਇੱਕ ਕੇਵਲ ਤੇ ਕੇਵਲ ਕਰਮਕਾਂਡੀ ਜੀਵਨ ਹੈ। ਕਿਉਂਕਿ ਜ਼ਿੰਦਗੀ ਵਿੱਚ ਗੁਰੂ ਨਾ ਹੋਣ ਕਰਕੇ ਉਹ ਮੰਜ਼ਿਲ ਤੇ ਨਹੀਂ ਪਹੁੰਚ ਪਾਏ, ਉਹ ਆਪਣੇ ਪਰਮਾਰਥ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ। ਅੰਦਰ ਤਾਂਘ ਤੇ ਜ਼ਰੂਰ ਸੀ, ਅੰਦਰ ਤੜਪ ਤੇ ਜ਼ਰੂਰ ਸੀ ਕਿ ਮੈਂ ਮੰਜ਼ਿਲ ਤੇ ਪਹੁੰਚਾਂ, ਮੈਂ ਪ੍ਰਮਾਤਮਾ ਦਾ ਜਿਹੜਾ ਵਾ ਉਹ ਪ੍ਰਮਾਤਮਾ ਨੂੰ ਪ੍ਰਾਪਤ ਕਰਾਂ, ਪ੍ਰਮਾਤਮਾ ਦੇ ਨਾਲ ਮਿਲਾਪ ਕਰਾਂ। ਪਰ ਗੁਰੂ ਦਾ ਜੀਵਨ ਵਿੱਚ ਨਾ ਹੋਣ ਕਰਕੇ ਉਹਨਾਂ ਨੂੰ ਜਿਹੜਾ ਸਾਰੀ ਉਮਰ ਗੁਰੂ ਸ਼ਰਨ ਆਉਣ ਤੋਂ ਪਹਿਲਾਂ ਭਟਕਣਾ ਹੀ ਪਿਆ। ਪਰ ਗੁਰੂ ਅਮਰਦਾਸ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ ਤਾਂ ਉਹਨਾਂ ਦਾ ਜਿਹੜਾ ਜਨਮ ਹੈ ਉਹ ਬਾਸਰਕੇ ਗਿੱਲਾ, ਜਿਹੜਾ ਅੱਜ ਕੱਲ੍ਹ ਅੰਮ੍ਰਿਤਸਰ ਦੇ ਲਾਗੇ ਨਗਰ ਆਉਂਦਾ ਹੈ,
उस नगर दे विच पिता तेजभान ਅਤੇ माता सुलखनी जी की कुख तो 1479 ईस्वी ਨੂੰ ਹੋਇਆ ਹੈ। गुरु नानक देव पातशाह जी का जन्म 1469 ਦਾ है ਤੇ गुरु अमरदास पातशाह जी का जन्म ਉਹ 1479 ਦਾ। 10 ਸਾਲ गुरु नानक पातशाह ਵੱਡੇ ਹਨ, 10 ਸਾਲ गुरु अमरदास पातशाह उम्र करके छोटे ਹਨ, पर ਉਹਨਾਂ ਦਾ ਮਿਲਾਪ गुरु नानक पातशाह जी ਦੇ ਨਾਲ ਹੋਇਆ नहीं। ਉਹਨਾਂ ਦਾ ਮਿਲਾਪ गुरु अंगद देव पातशाह जी ਨਾਲ ਹੋਇਆ है। गुरु अमरदास पातशाह ਉਹਨਾਂ ਦਾ गुरु ਆਉਣ ਤੋਂ ਪਹਿਲਾਂ ਦਾ ਜੀਵਨ ਇਹ ਹੈ, ਉਹ ਆਪਣਾ ਕਿਰਤ ਕਾਰਜ ਕਰਦੇ ਹਨ ਤੇ ਨਾਲ ਨਾਲ ਜਵਾਲਾ ਦੇਵੀ ਨੂੰ ਮੰਨਦੇ ਹਨ, ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ ਤੇ ਇਤਿਹਾਸਕਾਰ ਕਹਿੰਦੇ ਹਨ 20 ਵਾਰ ਜਦੋਂ ਇਸ਼ਨਾਨ ਕਰਨ ਵਾਸਤੇ ਗਏ ਹਨ, ਜਵਾਲਾ ਦੇਵੀ ਦੇ ਦਰਸ਼ਨ ਕਰਨ ਵਾਸਤੇ ਗਏ ਹਨ ਤੇ ਉੱਥੇ ਉਹਨਾਂ ਦਾ ਮਿਲਾਪ ਇੱਕ ਦੁਰਗਾ ਦਾਸ ਬ੍ਰਾਹਮਣ ਦੇ ਨਾਲ ਹੋਇਆ ਹੈ। ਦੁਰਗਾ ਦਾਸ ਬ੍ਰਾਹਮਣ ਉਹਦਾ ਮਿਲਾਪ ਬਾਪੂ ਅਮਰਦਾਸ ਜੀ ਨਾਲ ਹੋਇਆ। ਆਪਸ ਵਿੱਚ ਵਿਚਾਰਾਂ ਹੋਈਆਂ, ਗੋਸ਼ਟ ਹੋਈ, ਗੱਲਬਾਤ ਹੋਈ ਤੇ ਬਾਪੂ ਅਮਰਦਾਸ ਦੀਆਂ ਗੱਲਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ, ਉਹਨੇ ਕੁਝ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਪੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਕਰਨ ਦਾ ਜਿਹੜਾ ਸੁਭਾਗ ਸਮਝਿਆ ਕਿ ਇਹਦੇ ਨਾਲ ਰਹਿਣਾ ਚਾਹੀਦਾ ਹੈ, ਕਿਉਂਕਿ 60 ਸਾਲ ਦੀ ਉਮਰ ਹੈ ਲਗਭਗ, ਜਦੋਂ 20 ਵਾਰ ਇਸ਼ਨਾਨ ਕਰਨ ਵਾਸਤੇ ਗਏ ਹਨ ਤੇ ਜਦੋਂ ਦੁਰਗਾ ਦਾਸ ਦਾ ਮਿਲਾਪ ਹੋਇਆ ਹੈ, 20 ਵਾਰ ਦੁਰਗਾ ਦਾਸ ਦੇ ਨਾਲ ਗੱਲਬਾਤ ਹੁੰਦੀ ਹੈ, ਇੰਨਾ ਜ਼ਿਆਦਾ ਮਿੱਤਰਤਾ ਗੂੜੀ ਹੋ ਗਈ। ਇਕੱਠੇ ਉਹਨਾਂ ਨੇ ਰਹਿਣਾ, ਖਾਣਾ ਪੀਣਾ ਤੇ ਇਕੱਠਿਆਂ ਇੱਕ ਜਗ੍ਹਾ ਤੇ ਸੌ ਜਾਣਾ, ਭਾਵ ਕਿ ਮਿੱਤਰਤਾ ਵਿੱਚ ਗੂੜਤਾ ਪੈ ਗਈ। ਇੱਕ ਦਿਨ ਦੁਰਗਾ ਦਾਸ ਨੇ ਪੁੱਛ ਲਿਆ ਕਿ ਕਿਉਂਕਿ ਬਾਪੂ ਅਮਰਦਾਸ ਜੀ ਦੀਆਂ ਗੱਲਾਂ ਬੜੀਆਂ ਸਿਆਣੀਆਂ ਸਨ, ਕਿਉਂਕਿ 60 ਸਾਲ ਦਾ ਤਜਰਬਾ ਹੈ ਉਹਨਾਂ ਦੇ ਜੀਵਨ ਦਾ। ਬੇਸ਼ੱਕ ਉਹਨਾਂ ਨੂੰ ਮੰਜ਼ਿਲ ਭਾਵੇਂ ਨਹੀਂ ਮਿਲੀ, ਪਰ ਉਹਨਾਂ ਨੂੰ ਜ਼ਿੰਦਗੀ ਦਾ ਇੰਨਾ ਜ਼ਿਆਦਾ ਤਜਰਬਾ ਹੈ, ਉਹ ਤਜਰਬੇ ਦੀਆਂ ਗੱਲਾਂ ਕਰ ਕਰਕੇ ਦੁਰਗਾ ਦਾਸ ਨੂੰ ਦੱਸਦੇ ਸਨ ਤੇ ਦੁਰਗਾ ਦਾਸ ਫਿਰ ਬਾਪੂ ਅਮਰਦਾਸ ਦੇ ਤਜਰਬੇ ਤੋਂ ਬੜਾ ਪ੍ਰਭਾਵਿਤ ਹੋਇਆ, ਗੱਲਾਂ ਬੜੀਆਂ ਸਿਆਣੀਆਂ ਸਨ ਤੇ ਦੁਰਗਾ ਦਾਸ ਨੇ ਪੁੱਛ ਲਿਆ, ਬਜ਼ੁਰਗੋ ਤੁਹਾਡਾ ਗੁਰੂ ਕਿਹੜਾ ਹੈ? ਕਿਉਂਕਿ ਤੁਹਾਡੇ ਗੱਲਾਂ ਦੇ ਵਿੱਚ ਜਿਹੜਾ ਉਹ ਤਜਰਬਾ ਬੜਾ ਹੈ, ਤੁਸੀਂ ਗੱਲਾਂ ਬੜੀਆਂ ਸਿਆਣੀਆਂ ਕਰਦੇ ਜੇ, ਇਹਨਾਂ ਗੱਲਾਂ ਦੇ ਵਿੱਚੋਂ ਕੁਝ ਸਿੱਖਿਆ ਮਿਲਦੀ ਹੈ। ਮੈਂ ਚਾਹੁੰਦਾ ਕਿ ਜਿਹੜੇ ਗੁਰੂ ਤੋਂ ਤੁਸੀਂ ਇਹ ਗੱਲਾਂ ਸਿੱਖੀਆਂ ਹਨ, ਉਸ ਗੁਰੂ ਨੂੰ ਮੈਂ ਵੀ ਜਾ ਕੇ ਵੇਖਾਂ, ਉਹਦੇ ਦਰਸ਼ਨ ਕਰਾਂ। ਤੇ ਬਾਪੂ ਅਮਰਦਾਸ ਕਹਿਣ ਲੱਗਾ, ਦੁਰਗੋ ਦਾਸ ਸੱਚ ਇਹ ਹੈ ਕਿ ਮੈਂ ਅੱਜ ਤੱਕ ਗੁਰੂ ਹੀ ਧਾਰਨ ਨਹੀਂ ਕੀਤਾ, ਮੇਰਾ ਕੋਈ ਵੀ ਗੁਰੂ ਨਹੀਂ ਹੈ ਜ਼ਿੰਦਗੀ ਦੇ ਵਿੱਚ। ਇਹ ਜਿਹੜੀਆਂ ਗੱਲਾਂ ਤੈਨੂੰ ਮੈਂ ਦੱਸ ਰਿਹਾ, ਇਹ ਮੇਰੇ ਤਜਰਬੇ ਦੀਆਂ ਗੱਲਾਂ ਹਨ, ਜਿਹੜੀਆਂ ਮੈਂ 60 ਸਾਲ ਦੇ ਵਿੱਚ ਜੀਵਨ ਬਤੀਤ ਕੀਤਾ ਹੋਇਆ ਹੈ। ਜਦੋਂ ਇਹਨੇ ਬਚਨ ਦੁਰਗਾ ਦਾਸ ਨੇ ਸੁਣੇ ਤੇ ਦੁਰਗਾ ਦਾਸ ਕਲਪ ਗਿਆ, ਗੁੱਸੇ ਵਿੱਚ ਆਇਆ, ਕਹਿਣ ਲੱਗਾ ਮੈਂ ਇੱਕ ਨਿਗੁਰੇ ਬੰਦੇ ਦਾ ਸੰਗ ਕੀਤਾ, ਮੇਰੇ ਇੰਨੇ ਚਿਰ ਦੀ ਭਗਤੀ, ਮੇਰੇ ਇੰਨੇ ਚਿਰ ਦਾ ਸਿਮਰਨ, ਮੇਰੇ ਇੰਨੇ ਚਿਰ ਦੀ ਤਪੱਸਿਆ ਸਾਰੀ ਦੀ ਸਾਰੀ ਭੰਗ ਹੋ ਗਈ, ਕਿਉਂਕਿ ਮੈਂ ਇੱਕ ਨਿਗੁਰੇ ਬੰਦੇ ਦਾ ਸੰਗ ਕੀਤਾ ਹੈ। ਤੇ ਜਦੋਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਬਾਪੂ ਅਮਰਦਾਸ ਜਦੋਂ ਗੁਰੂ ਬਣਦੇ ਹਨ ਤੇ ਗੁਰੂ ਬਣਨ ਤੋਂ ਬਾਅਦ ਇੱਕ ਬਚਨ ਕਹਿੰਦੇ ਹਨ, ਕਹਿੰਦੇ ਹਨ ਝੱਜੇ ਨਾ ਝੱਜੇ ਝੂਰ, ਝੱਜੇ ਦੇ ਅੱਖਰ ਦੇ ਝੱਜੇ ਅੱਖਰ ਦੇ ਕਹਿੰਦੇ ਹਨ ਕਿ ਸਤਿਗੁਰੂ ਤੋਂ ਬਿਨਾਂ ਜਿਹੜਾ ਵਾ ਉਹ ਜੀਵਨ ਵਿਅਰਥ ਹੈ, ਕਿਉਂਕਿ ਸਤਿਗੁਰੂ ਬਿਨਾਂ ਨਿਗੁਰਾ ਜੀਵਨ ਹੈ, ਗੁਰੂ ਤੋਂ ਬਿਨਾਂ ਜਿਹੜਾ ਉਹ ਨਿਗੁਰਾ ਮਨੁੱਖ ਹੈ, ਜਿਹਨੇ ਗੁਰੂ ਧਾਰਨ ਨਹੀਂ ਕੀਤਾ, ਜਿਹਦੀ ਜ਼ਿੰਦਗੀ ਦੇ ਵਿੱਚ ਗੁਰੂ ਨਹੀਂ, ਉਹਦਾ ਜੀਵਨ ਜਿਹੜਾ ਵਿਅਰਥ ਦੱਸਦੇ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਇਆ ਹੋਇਆ ਸੀ। ਦੁਰਗੋ ਦਾਸ ਨੇ ਇੰਨੇ ਬਚਨ ਕਹੇ ਤੇ ਮਨ ਨੂੰ ਸੱਟ ਵੱਜੀ ਕਿ ਵਾਕਈ ਹੀ ਜੀਵਨ ਦੇ ਵਿੱਚ ਜੇ ਗੁਰੂ ਨਹੀਂ ਤਾਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਘਰ ਦੇ ਵਿੱਚ ਵਾਪਸ ਆ ਗਏ ਹਨ, ਘਰ ਦੇ ਵਿੱਚ ਟਹਿਲਦੇ ਹਨ, ਅੰਦਰ ਤੜਫ ਹੋਰ ਉੱਠ ਗਈ ਹੈ ਗੁਰੂ ਨੂੰ ਮਿਲਦੇ, ਵੀ ਗੁਰੂ ਤੋਂ ਬਿਨਾਂ ਵਾਕਈ ਗਤੀ ਨਹੀਂ, ਗੁਰੂ ਤੋਂ ਬਿਨਾਂ ਕੁਝ ਵੀ ਸੌਰ ਨਹੀਂ ਸਕਦਾ। ਤੇ ਸਤਿਗੁਰੂ ਜੀ ਨੇ ਇਸੇ ਕਰਕੇ ਬਾਣੀ ਵਿੱਚ ਵੀ ਇੱਕ ਬਚਨ ਕਿਹਾ, ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਵੀ ਨਹੀਂ ਹੋ ਸਕਦਾ। ਤੇ ਬਾਪੂ ਅਮਰਦਾਸ ਉਹਨਾਂ ਦੇ ਅੰਦਰ ਤਾਂਘ ਪੈਦਾ ਹੋਈ ਗੁਰੂ ਨੂੰ ਲੱਭਣ ਦੀ, ਗੁਰੂ ਦੇ ਮਿਲਾਪ ਦੀ। ਤੇ ਗੁਰੂ ਬਾਪੂ ਅਮਰਦਾਸ ਜੀ ਦੀ ਭਤੀਜਿਓ ਨੂੰ ਹੈ ਬੀਬੀ ਅਮਰੋ ਜੀ। ਬੀਬੀ ਅਮਰੋ ਜੀ ਭਾਈ ਲਹਿਣਾ ਜੀ ਭਾਵ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੁਪੁੱਤਰੀ ਹੈ ਅਤੇ ਭਾਈ ਜੱਸੂ ਜੀ ਦੇ ਨਾਲ
ਬਾਸਰ ਕੇ ਗਿੱਲਾਂ ਦੇ ਵਿੱਚ ਵਿਆਹੀ ਹੋਈ ਹੈ ਤੇ ਰਿਸ਼ਤੇ ਦੇ ਵਿੱਚ ਬਾਪੂ ਅਮਰਦਾਸ ਦੀ ਭਤੀਜਿਆਂ ਨੂੰ ਲੱਗਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਉਹ ਟਹਿਲਦੇ ਹਨ ਤੇ ਬੀਬੀ ਅਮਰੋ ਜੀ ਉਹ ਨਾਲ ਕੰਮ ਕਰਦੇ ਹਨ, ਨਾਲ ਆਪਣੀ ਮੁਖ ਤੋਂ ਬਾਣੀ ਗਾਉਂਦੇ ਹਨ। ਸਤਿਗੁਰੂ ਜੀ ਨੇ ਬਚਨ ਇਸੇ ਕਰਕੇ ਬਾਣੀ ਵਿੱਚ ਕਹੇ ਹਨ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕੰਮ ਕਰ ਅਤੇ ਚਿੱਤ ਦੇ ਵਿੱਚ ਉਸ ਨਿਰੰਕਾਰ ਦੀ ਯਾਦ ਰੱਖ, ਆਪਣੇ ਚਿੱਤ ਦੇ ਵਿੱਚ ਉਸ ਪਰਮਾਤਮਾ ਨੂੰ ਵਸਾ ਕੇ ਰੱਖ। ਤੇ ਇਤਿਹਾਸਕਾਰ ਕਹਿੰਦੇ ਹਨ ਬੀਬੀ ਅਮਰੋ ਜੀ ਨੂੰ ਬਹੁਤ ਜ਼ਿਆਦੀ ਬਾਣੀ ਜਿਹੜੀ ਉਹ ਕੰਠ ਸੀ। ਕਈ ਇਤਿਹਾਸਕਾਰ ਇੱਥੋਂ ਤੱਕ ਲਿਖਦੇ ਹਨ, ਜਪਜੀ ਸਾਹਿਬ, ਦਖਣੀ ਓਮਕਾਰ, ਸਿੱਧ ਗੋਸ਼ਟ ਅਤੇ ਆਸਾ ਦੀ ਵਾਰ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਸਾਰੀ ਜਿਹੜੀ ਬਾਣੀ ਉਚਾਰਨ ਕੀਤੀ ਹੋਈ ਸੀ, ਉਹ ਸਾਰੀ ਦੀ ਸਾਰੀ ਵਿੱਚ ਬਹੁਤ ਸਾਰੀ ਬਾਣੀ ਜਿਹੜੀ ਬੀਬੀ ਜੀ ਨੂੰ ਯਾਦ ਸੀ ਅਤੇ ਉਹ ਹਰ ਵਕਤ ਬਾਣੀ ਨੂੰ ਗਾਉਂਦੇ ਰਹਿੰਦੇ ਸਨ। ਅੰਮ੍ਰਿਤ ਵੇਲਾ ਹੋਇਆ ਤੇ ਚਾਟੀ ਦੇ ਵਿੱਚ ਦੁੱਧ ਪਾ ਕੇ ਰਿੜਕ ਰਹੇ ਹਨ ਤੇ ਨਾਲ ਸ਼ਬਦ ਪੜ ਰਹੇ, ਕਰਨੀ ਕਾਗਦ ਮਨ ਵਸਵਾਣੀ, ਬੁਰਾ ਭਲਾ ਦੋਈ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਇਹ ਸ਼ਬਦ ਪੜ੍ਹਦੇ ਹਨ ਤੇ ਸ਼ਬਦ ਪੜ੍ਹਦਿਆਂ ਜਦੋਂ ਬਾਪੂ ਅਮਰਦਾਸ ਜੀ ਨੇ ਸੁਣਿਆ ਤੇ ਬਾਪੂ ਅਮਰਦਾਸ ਜੀ ਨੂੰ ਆਪਣਾ ਜੀਵਨ ਇਸ ਸ਼ਬਦ ਦੇ ਵਿੱਚੋਂ ਦਿਖਾਈ ਦਿੱਤਾ, ਕਿਉਂਕਿ ਗੁਰੂ ਦਾ ਸ਼ਬਦ ਮਨੁੱਖ ਦੇ ਸਾਹਮਣੇ ਸੀਸਾ ਕਰਕੇ ਰੱਖ ਦਿੰਦਾ ਹੈ, ਮਨੁੱਖ ਦੀ ਅਸਲੀਅਤ ਸਾਹਮਣੇ ਕਰਕੇ ਲਿਆ ਦਿੰਦਾ ਹੈ ਕਿ ਮਨੁੱਖ ਤੂੰ ਆਹ ਚੀਜ਼ ਹੈ, ਤੂੰ ਆਪਣੇ ਆਪ ਦੀ ਪਛਾਣ ਕਿਉਂ ਨਹੀਂ ਕਰ ਰਿਹਾ। ਜਦੋਂ ਬਾਪੂ ਅਮਰਦਾਸ ਜੀ ਨੇ ਸ਼ਬਦ ਸੁਣਿਆ ਤੇ ਬਾਪੂ ਅਮਰਦਾਸ ਦਾ ਜੀਵਨ ਉਹਨਾਂ ਦੇ ਸਾਹਮਣੇ ਆ ਗਿਆ। ਆਹ ਸ਼ਬਦ ਤੇ ਮੇਰੇ ਹੀ ਜੀਵਨ ਦੀ ਵਿਆਖਿਆ ਕਰ ਰਿਹਾ ਹੈ, ਇਸ ਸ਼ਬਦ ਦੇ ਵਿੱਚੋਂ ਤੇ ਮੇਰਾ ਜੀਵਨ ਝਲਕ ਰਿਹਾ ਹੈ। ਤੇ ਬਾਪੂ ਅਮਰਦਾਸ ਬੀਬੀ ਅਮਰੋ ਜੀ ਕੋਲ ਗਏ ਹਨ, ਉੱਥੇ ਜਾ ਕੇ ਕਹਿਣ ਲੱਗੇ, ਪੁੱਤਰੀ ਆ ਜਿਹੜਾ ਤੂੰ ਸ਼ਬਦ ਗਾ ਰਹੀ ਸਾਂ ਜਾਂ ਜਿਹੜੇ ਸ਼ਬਦ ਦਾ ਤੂੰ ਪਾਠ ਕਰ ਰਹੀ ਸਾਂ, ਇਹ ਸ਼ਬਦ ਕਿਹਦਾ ਉਚਾਰਨ ਕੀਤਾ ਹੋਇਆ ਹੈ ਤੇ ਜਿਹਦਾ ਇਹ ਸ਼ਬਦ ਉਚਾਰਨ ਕੀਤਾ ਹੈ ਮੈਨੂੰ ਉਸ ਦੇ ਕੋਲ ਲੈ ਜਾ, ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਤੇ ਬੀਬੀ ਅਮਰੋ ਜੀ ਕਹਿਣ ਲੱਗੇ, ਪਿਤਾ ਜੀ, ਕਿਉਂਕਿ ਬਜ਼ੁਰਗ ਹਨ ਤੇ ਭਤੀਜਿਆਂ ਨੂੰ ਲੱਗਦੀ ਹੈ ਬੀਬੀ ਅਮਰੋ ਜੀ, ਕਹਿਣ ਲੱਗੇ, ਪਿਤਾ ਜੀ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜਿਹੜੇ ਸੰਸਾਰ ਤੇ ਆ ਕੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਹੜਾ ਜਗਤ ਨੂੰ ਰੱਖਣ ਵਾਸਤੇ ਆਪਣੀ ਕਿਰਪਾ ਦੇ ਨਾਲ ਬਚਾਉਣ ਵਾਸਤੇ ਆਇਆ ਸੀ, ਇਹ ਸ਼ਬਦ ਉਹਨਾਂ ਦਾ ਉਚਾਰਨ ਕੀਤਾ ਹੋਇਆ ਹੈ। ਤੇ ਬਾਪੂ ਅਮਰਦਾਸ ਜੀ ਕਹਿੰਦੇ ਉਹ ਕਿੱਥੇ ਹਨ, ਉਹਨਾਂ ਦੇ ਦਰਸ਼ਨ ਕਰਨੇ ਹਨ। ਤੇ ਬੀਬੀ ਅਮਰੋ ਜੀ ਕਹਿ ਲਿਖੋ ਇਸ ਵਕਤ ਸੰਸਾਰ ਤੋਂ ਕੂਚ ਕਰ ਚੁੱਕੇ ਹਨ, ਕਿਉਂਕਿ ਸਰੀਰ ਕਰਕੇ ਹਰੇਕ ਗੁਰੂ ਗਿਆ ਹੈ, ਪਰ ਜੋਤ ਕਰਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਜੋਤ ਕਰਕੇ ਗੁਰੂ ਅੱਜ ਵੀ ਹੈ। ਕਹਿਣ ਲੱਗੇ ਬੀਬੀ ਅਮਰੋ ਜੀ ਸਰੀਰ ਕਰਕੇ ਉਹ ਸੰਸਾਰ ਤੋਂ ਜਾ ਚੁੱਕੇ ਹਨ ਤੇ ਉਹਨਾਂ ਦੀ ਜਿਹੜੀ ਜੋਤ ਹੈ ਉਹ ਮੇਰੇ ਪਿਤਾ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵਿੱਚ ਹੈ। ਤੇ ਮੇਰੇ ਪਿਤਾ ਇਸ ਵਕਤ ਖਡੂਰ ਸਾਹਿਬ ਦੀ ਧਰਤੀ ਤੇ ਹਨ, ਉੱਥੇ ਸੰਗਤ ਦਾ ਪਾਰ ਉਤਾਰਾ ਕਰਦੇ ਹਨ। ਬਾਪੂ ਅਮਰਦਾਸ ਜੀ ਕਹਿੰਦੇ ਮੈਨੂੰ ਉਹਨਾਂ ਕੋਲ ਲੈ ਜਾ, ਮੈਂ ਆਪਣੇ ਜੀਵਨ ਨੂੰ ਜਿਹੜਾ ਸੁਧਾਰਨਾ ਚਾਹੁੰਦਾ ਹਾਂ, ਜੀਵਨ ਨੂੰ ਸਫਲਾ ਕਰਨਾ ਚਾਹੁੰਦਾ ਹਾਂ। ਇਤਿਹਾਸਕਾਰ ਕਹਿੰਦੇ ਹਨ ਬੀਬੀ ਅਮਰੋ ਜੀ ਨੇ ਨਾਲ ਲਿਆ, ਖਡੂਰ ਸਾਹਿਬ ਦੀ ਧਰਤੀ ਤੇ ਆ ਗਏ ਹਨ ਤੇ ਬਾਪੂ ਅਮਰਦਾਸ ਜੀ ਘਰ ਦੇ ਵਿੱਚ ਉਹਨਾਂ ਪ੍ਰਵੇਸ਼ ਨਹੀਂ ਕੀਤਾ। ਇਤਿਹਾਸਕਾਰ ਕਹਿੰਦੇ ਉਹ ਬੂਹੇ ਤੇ ਖਲੋ ਗਏ ਹਨ ਤੇ ਬੀਬੀ ਅਮਰੋ ਜੀ ਅੰਦਰ ਗਏ ਤੇ ਪਿਤਾ ਨੂੰ ਜਾ ਕੇ ਨਮਸਕਾਰ ਕੀਤੀ, ਹਾਲ ਚਾਲ ਪੁੱਛਿਆ ਹੈ। ਤੇ ਜਾ ਕੇ ਬੀਬੀ ਜੀ ਨੂੰ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਪੁੱਛਿਆ ਕੱਲੇ ਆਏ ਤੇ ਬੀਬੀ ਜੀ ਕਹਿੰਦੀ ਨਹੀਂ, ਅੱਜ ਵੱਡੇ ਘਰ ਦੇ ਬਜ਼ੁਰਗ ਆਏ ਹਨ। ਸਤਿਗੁਰੂ ਕਹਿੰਦੇ ਕਿੱਥੇ ਹਨ? ਤੇ ਬੀਬੀ ਜੀ ਕਹਿੰਦੀ ਉਹ ਬਾਹਰ ਦਰਵਾਜ਼ੇ ਵਿੱਚ ਹਨ। ਉਹ ਕਹਿੰਦੇ ਹਨ ਉਹਨਾਂ ਚਿਰ ਤੱਕ ਮੈਂ ਅੰਦਰ ਨਹੀਂ ਆਉਣਾ ਜਿੰਨਾ ਚਿਰ ਤੱਕ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਗੁਰੂ ਅੰਗਦ ਦੇਵ ਪਾਤਸ਼ਾਹ ਆਏ ਹਨ ਬਾਹਰ। ਵੇਖੋ ਕੁੜਮਾਚਾਰੀ ਹੈ ਤੇ ਕੁੜਮਾਚਾਰੀਆਂ ਵੱਲੋਂ ਵੀ ਬਾਪੂ ਅਮਰਦਾਸ ਦਾ ਅਹੁਦਾ ਜਿਹੜਾ ਵੱਡਾ ਹੈ, ਭਾਵ ਕਿ ਮੁੰਡੇ ਵਾਲੇ ਬੰਨਿਓ ਹੈ, ਮੁੰਡੇ ਵਾਲੇ ਬੰਨਿਓ ਇਹ ਕੁੜਮਾਚਾਰੀ ਹਨ। ਤੇ ਉਹਨਾਂ ਸਮਿਆਂ ਵਿੱਚ ਅੱਜ ਵੀ ਜਿਹੜਾ ਮੁੰਡੇ ਵਾਲਿਆਂ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਸੀ ਕਿ ਇਹ ਮੁੰਡੇ ਵਾਲਿਆਂ ਵੱਲੋਂ ਬੰਨੇ ਹਨ ਤੇ ਬਾਪੂ ਅਮਰਦਾਸ ਜੀ ਉਹ ਮੁੰਡੇ ਵਾਲਿਓ ਬੰਨੇ ਹਨ ਕੁੜਮਾਚਾਰੀ ਕਰਕੇ ਵੀ। ਤੇ ਜਦੋਂ ਗਏ ਹਨ ਗੁਰੂ ਅੰਗਦ ਦੇਵ ਪਾਤਸ਼ਾਹ ਬਾਹਰ ਆਏ ਹਨ ਤੇ ਆਉਂਦਿਆਂ ਸਾਰ ਹੀ ਬਾਪੂ ਅਮਰਦਾਸ
गुरु अंगद देव पातशाह चरनां ते ढह पे हन। देखो है रिश्तेदारी कुड़माचारी दी, वड्डा अहुदा है कुड़माचारियां वल्लों भी, पर गुरु नानक दे घर दा एक दस्तूर है, एक नियम है, एक मर्यादा है। इस घर दे विच जिहड़ा अपनी मैं नूं मार के आवेगा, जिहड़ा अपने आप नूं मिटा के आवेगा, जिहड़ा समर्पित हो के आवेगा, ओह ही गुरु नानक दे घर दे विचों खुशियां लवेगा। जिहड़ा अपनी मैं नूं लेके आवेगा, हंकार नूं लेके आवेगा, ओनू कदे भी गुरु नानक दे घर दीआं खुशियां नहीं मिलणगीआं। इसे करके सतगुरु ने बाणी विच वचन किया, कबीर बास वडाई बूढ़िया इउं मत डूबो कोए, चंदन कै निकटे बसै बास सुगंध ना होए। बास चंदन दे लागे रहिंदा है ते चंदन सारिਆਂ ਨੂੰ खुशबू दिंदा है, पर जिहड़ा बास है वो अधूरा रह जांदा, ਉਹਦੇ ਵਿੱਚ चंदन ਦੀ खुशबू नहीं। क्यों? क्योंकि अंदर एक खोखलापन है ते दूसरा लम्मा होने का हंकार है कि मेरे वर्गा लम्मा कोई नहीं। इस तरीके नाल भगत कबीर जी कहंदे हन, गुरु चंदन है ते जिहड़ा बास वांगू हंकारी होके आवेगा, वो बास दे वांगू खाली ही रह जावेगा, ਉਹਦੇ अंदरों कदी भी शब्द की खुशबू नहीं आवेगी। ਜਿਹੜਾ भी इस घर दे विच आवेगा वो नीवा होके आवेगा ते तां ही इस घर दीआं खुशियां मिलणगीआं, वरना खुशियां वालों अधूरा ही रह जावेगा। इसे नूं गुरु अर्जन देव पातशाह कहंदे, आपस को जो जाने नीचा सो गणिया, सब ते ऊंचा जिहड़ा मैं मेरी मिटा के आवेगा ओनू ही सब कुछ मिलेगा। गुरु अंगद देव पातशाह चरनां च मत्था टेकिया ते गुरु अंगद देव पातशाह ने बाहां तो फड़ के उठाया ते गल वकड़ी लिया ते बापू अमरदास कहंदे, सतगुरु तेरी शरण च आया हां, बड़ा भड़किया हां, बड़े धक्के खाधे हन, हुण किरपा कर, बहुत जन्म बिछरे थे बादो, ये जन्म तुम्हारे लेखे, मैं जन्म लेखे विच लाउण वास्ते आया वां, इस जन्म नूं सफला करन वास्ते आया वां, किरपा करके मेल लहो दयाल, टह पए दुआरिया, रख लेवो दीन दयाल, भ्रमत बहुहारिया, बड़ा भड़क के आया, इस बार मैनू रख लै। ते बापू अमरदास जी और गुरु अंगद देव पातशाह जी दी शरण विच रहिंदे हन। इतिहासकार कहंदे लगभग 12 साल उन्होंने सेवा की है। गागर ढोई है, ब्यासा दरिया तो पानी लेके आना ते गुरु अंगद देव पातशाह जी दा इशनान करना ते गुरु अंगद देव पातशाह दे बचनां दी कमाई की है। क्योंकि जिस दिन गुरु शरण विच आए सन ते गुरु अंगद देव पातशाह ने एक गल समझाई सी, कहन लगे, बुजुर्गो जे गुरु नानक दे घर दी सिੱਖੀ लैनी है, जे गुरु नानक दे घर दी खुशी लैनी है, पर एक काम करियो, एक ते भरोसा रखियो, एक नूं छड्ड के दूजे ते यकीन ना करियो। क्योंकि जे एक नूं छड्ड के दूजे वल गए तां कदे भी तुहानूं गुरु नानक दे घर दी खुशी नहीं मिलेगी। तां गुरु अंगद देव पातशाह जी ने एक दे नाल जोड़िया ते भट्ट साहिबान बाणी विच कहंदे हन, गुरु अमरदास पातशाह ने सारी उम्र ही गुरु शरण आउण तो बाद एक नूं अलावा किसे नूं अपने मन दे विच आउण ही नहीं दिता। अखां विच एक वेखदे हन, अखां दे राहीं एक वेखदे हन, ਕੰਨਾਂ ਦੇ ਰਾਹੀਂ ਇੱਕ ਦੀ ਗੱਲ ਸੁਣਦੇ ਹਨ, ਮੁਖ ਦੇ ਰਾਹੀਂ ਇੱਕ ਦੇ ਵਚਨ ਕਰਦੇ ਹਨ, ਸੁਪਨੇ ਵਿੱਚ ਇੱਕ ਆਉਂਦਾ ਹੈ, ਪੜ੍ਹਦੇ ਹਨ ਇੱਕ ਪ੍ਰਮਾਤਮਾ ਦਿਖਾਈ ਦਿੰਦਾ ਹੈ। ਭਾਵ ਕਿ ਕੋਈ ਵੀ ਕਾਰਜ ਕਰਦੇ ਹਨ ਉਹਨਾਂ ਨੂੰ ਇੱਕ ਤੋਂ ਇਲਾਵਾ ਕੋਈ ਦਿਖਾਈ ਹੀ ਨਹੀਂ ਦਿੱਤਾ। ਤੇ ਭੱਟ ਸਾਹਿਬਾਨਾਂ ਨੇ ਇਸੇ ਕਰਕੇ ਵਚਨ ਕਿਹਾ, ਤੈ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, नैन बैन मोह एक एक दो ठाए ना जानियो, सुपन एक परतख एक एक समय लीनो, 30 एक अर 5 सिद्ध 35 ना कीनो, इको जे लाख अलखो अलख है, एक एक कर वरन्यो, गुर अमरदास जालप भणै, तू एक लोड़ है एक मन्यो। केवल एक नू गुरु अमरदास पातशाह ने मन्निया, एक ते यकीन रखिया ते गुरु अंगद देव पातशाह जी दी कमाई कीती। ते जदों 12 साल लगातार सेवा कीती, अंतिम प्रीखिया हुई जदों गागर विच पानी लैण वास्ते गए हन। इतिहासकार कहंदे हन मींह आया, हनेरी आई, बाबू अमरदास खडूर नूं जांदे हन, पर हनेरी धक के पिछे नूं खड़दी है, इन्नी तेज हनेरी है, इन्ना तेज मींह है। हनेरी दे करके तिलकण दे करके किले ना पैर अड़िया ते जुलाहे दी खड्डी विच डिगे हन।
ਇਤਿਹਾਸਕਾਰ ਕਹਿੰਦੇ ਖੱਡੀ ਵਿੱਚ ਜ਼ਰੂਰ ਡਿੱਗੇ, ਪਰ ਉਹਨਾਂ ਨੇ ਗਾਗਰ ਦਾ ਪਾਣੀ ਨਹੀਂ ਡੁੱਲਣ ਦਿੱਤਾ। ਆਪ ਜ਼ਰੂਰ ਡਿੱਗੇ ਹਨ, ਪਰ ਜਿਹੜਾ ਪਾਣੀ ਸੀ ਗਾਗਰ ਦੇ ਵਿੱਚ ਉਹਨੂੰ ਨਹੀਂ ਡਿੱਗਣ ਦਿੱਤਾ। ਤੇ ਜਦੋਂ ਡਿੱਗੇ ਹਨ ਇੱਕੇ ਦਮ ਆਵਾਜ਼ ਆਈ ਤੇ ਇਤਿਹਾਸਕਾਰ ਕਹਿੰਦੇ ਅੰਦਰੋਂ ਜੁਲਾਹਾ ਬੋਲਿਆ, ਕੌਣ ਹੈ? ਤੇ ਜੁਲਾਹੀ ਨੇ ਫਿਰ ਜਵਾਬ ਦਿੱਤਾ, ਕੌਣ ਹੋ ਸਕਦਾ ਹੈ? ਇਸ ਵਕਤ ਉਹ ਅਮਰੂ ਨਥਾਵਾ ਹੋਣਾ ਹੈ, ਜਿਹੜਾ ਕੁੜਮਾਚਾਰੀਆਂ ਤੇ ਬੈਠ ਕੇ 2 ਡੰਗ ਦੀ ਰੋਟੀ ਲਈ ਜਿਹੜਾ ਤਰਸਦਾ ਹੈ। ਇਹ ਬਚਨ ਜੁਲਾਹੀ ਨੇ ਕਹੇ ਤੇ ਇਤਿਹਾਸਕਾਰ ਕਹਿੰਦੇ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਨੇ, ਬਾਪੂ ਅਮਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਮੈਂ ਨਥਾਵਾ ਨਹੀਂ, ਨਥਾਵੇ ਤੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ। ਮੈਨੂੰ ਤੇ ਗੁਰੂ ਮਿਲ ਗਿਆ ਹੈ ਤੇ ਗੁਰੂ ਮਿਲਣ ਦੇ ਨਾਲ ਮੈਂ ਗੁਰੂ ਵਾਲਾ ਹੋ ਗਿਆ ਹਾਂ। ਮੈਂ ਨਥਾਵਾ ਨਹੀਂ, ਮੈਂ ਤੇ ਥਾਂ ਵਾਲਾ ਹਾਂ। ਇਹਨੇ ਬਚਨ ਕਹੇ। ਖਡੂਰ ਸਾਹਿਬ ਆਏ ਹਨ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਪੁੱਛ ਲਿਆ, ਅਮਰਦਾਸ ਬਾਪੂ ਜੀ ਅੱਜ ਲੇਟ ਕਿਹੜੀ ਗੱਲੋਂ? ਪੁਰਖਾ ਅੱਜ ਲੇਟ ਕਿਹੜੀ ਗੱਲੋਂ? ਤੇ ਕਹਿਣ ਲੱਗੇ ਅੱਜ ਮੈਂ ਡਿੱਗ ਪਿਆ ਸਾਂ, ਡਿੱਗਣ ਕਰਕੇ ਲੇਟ ਹੋਇਆ। ਤੇ ਗੁਰੂ ਅਮਰਦਾਸ ਪਾਤਸ਼ਾਹ ਸਾਰੀ ਗੱਲ ਦਾ ਪਤਾ ਲੱਗਾ ਤੇ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਬਜ਼ੁਰਗੋ ਗਾਗਰ ਨੇ ਤੁਹਾਨੂੰ ਉਜਾਗਰ ਕਰ ਦਿੱਤਾ ਹੈ, ਗਾਗਰ ਨੇ ਤੁਹਾਨੂੰ ਪ੍ਰਗਟ ਕਰ ਦਿੱਤਾ ਹੈ। ਤੁਹਾਡੀ ਸੇਵਾ ਸਫਲ ਹੋਈ, ਤੁਹਾਡੀ ਕਮਾਈ ਸਫਲ ਹੋਈ, ਤੁਹਾਡਾ ਜੀਵਨ ਸਫਲ ਹੋਇਆ। ਆਓ ਤੁਹਾਨੂੰ ਮੈਂ ਅੱਜ ਗੁਰੂ ਨਾਨਕ ਦੀ ਜੋਤ ਦਾ ਮਾਲਕ ਬਣਾਵਾਂ। ਗੁਰੂ ਨਾਨਕ ਦੀ ਜੋਤ ਦਾ ਮਾਲਕ ਬਣਾਇਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਨਮਸਕਾਰ ਕਰ ਦਿੱਤੇ, ਸੰਗਤ ਨੂੰ ਉਪਦੇਸ਼ ਕਰ ਦਿੱਤਾ, ਸੰਗਤ ਜੀ ਅੱਜ ਤੋਂ ਬਾਅਦ ਤੁਹਾਡਾ ਗੁਰੂ ਅਮਰਦਾਸ ਪਾਤਸ਼ਾਹ ਹੈ, ਗੁਰੂ ਨਾਨਕ ਦੀ ਜੋਤ ਦਾ ਮਾਲਕ ਗੁਰੂ ਅਮਰਦਾਸ ਪਾਤਸ਼ਾਹ ਜੀ ਹਨ। ਇਹਨਾਂ ਨੂੰ ਤੁਸੀਂ ਅੱਜ ਤੋਂ ਬਾਅਦ ਨਮਸਕਾਰ ਕਰਨੀ ਹੈ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਇਸੇ ਕਰਕੇ ਇੱਕ ਬਚਨ ਕਿਹਾ ਹੈ। ਸਤਿਗੁਰੂ ਜੀ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਗੁਰੂ ਦੀ ਸੇਵਾ ਸਿਰ ਦੇ ਕੇ ਹੁੰਦੀ ਹੈ, ਵਿਖਾਵੇ ਦੇ ਨਾਲ ਨਹੀਂ ਹੁੰਦੀ। ਸਿਰ ਦੇ ਕੇ ਹੀ ਸੇਵਾ ਹੋਵੇਗੀ ਤੇ ਜਿਹੜਾ ਸਿਰ ਦੇ ਕੇ ਸੇਵਾ ਕਰੇਗਾ ਉਹਨੂੰ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਮਿਲਣਗੀਆਂ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਸੇਵਾ ਕੀਤੀ ਤੇ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣ ਗਏ। ਸਾਰੀ ਸੰਗਤ ਨੇ ਉਹਨਾਂ ਨੂੰ ਨਮਸਕਾਰ ਦਿੱਤੀ। ਗੋਇੰਦਵਾਲ ਦੀ ਧਰਤੀ ਤੇ ਆਏ ਅਤੇ ਸੰਗਤ ਦਾ ਪਾਰ ਉਤਾਰਾ ਕਰਨ ਲੱਗੇ। ਕਈ ਕਾਰਜ ਉਹਨਾਂ ਨੇ ਦੁਨਿਆਵੀ ਵੀ ਕੀਤੇ ਤੇ ਨਾਲ ਨਾਲ ਸੰਗਤ ਨੂੰ ਪਰਮਾਰਥ ਦਾ ਉਪਦੇਸ਼ ਦੇ ਕੇ ਉਸ ਪਰਮਾਤਮਾ ਦਾ ਰੂਪ ਬਣਾਇਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਤੇ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੂੰ ਮਿਲਣਾ ਹੈ, ਪਰਮਾਰਥ ਦੇ ਰਸਤੇ ਤੇ ਚੱਲਣਾ ਹੈ ਤੇ ਗੁਰੂ ਦਾ ਜ਼ਿੰਦਗੀ ਵਿੱਚ ਹੋਣਾ ਜ਼ਰੂਰੀ ਹੈ। ਗੁਰੂ ਤੋਂ ਬਿਨਾ ਕਦੇ ਵੀ ਪਰਮਾਤਮਾ ਨਹੀਂ ਮਿਲੇਗਾ, ਕਦੇ ਵੀ ਪਰਮਾਰਥ ਦਾ ਰਸਤਾ ਨਹੀਂ ਤੈਅ ਹੋ ਸਕਦਾ। ਦਾਵਾ ਜਿੰਨਾ ਮਰਜ਼ੀ ਕਰੀ ਜਾਈਏ, ਭਾਵੇਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ, ਪਰ ਗੱਲਾਂ ਦੇ ਨਾਲ ਦਾਅਵੇ ਦੇ ਨਾਲ ਕਦੇ ਵੀ ਪਰਮਾਤਮਾ ਨਹੀਂ, ਕਿਉਂਕਿ ਸਭ ਨੇ ਛਾਲਾਂ ਮਾਰੀਆਂ, ਸਾਰਿਆਂ ਨੇ ਛਾਲਾਂ ਮਾਰ ਵੇਖ ਲਿਆ ਹਨ, ਪਰ ਗੁਰੂ ਤੋਂ ਬਿਨਾ ਕਦੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਗੁਰੂ ਦਾ ਮਿਲਾਪ ਹੋ ਜਾਵੇ ਤੇ ਗੁਰੂ ਦੇ ਰਾਹੀਂ ਪਰਮਾਤਮਾ ਦਾ ਮਿਲਾਪ ਹੋ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।